ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਸੁਰਖੀਆਂ। ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਕੈਨੇਡਾ ਵੱਲ ਵਧਿਆ ਰੁਝਾਨ। ਦਬਾਅ ਵਿਚਾਲੇ ਗਰਭਪਾਤ ਸੰਬੰਧੀ ਹੁਕਮਾਂ ਤੇ ਦਸਤਖਤ ਕਰਨਗੇ ਵਾਈਡਨ ਵੱਲੋਂ 17 ਸ਼ਖਸੀਅਤਾਂ ਦਾ ਰਾਸ਼ਟਰਪਤੀ ਆਜ਼ਾਦੀ ਪੁਰਸਕਾਰ ਨਾਲ ਸਨਮਾਨ। ਚੀਨ ਨੇ ਦਿੱਤੀ ਚੇਤਾਵਨੀ, ਅਮਰੀਕਾ ਤਾਲਿਬਾਨ ਨਾਲ ਬੰਦ ਕਰੇ ਫੌਜੀ ਮਿਲੀ ਭੁਗਤ, ਇਸ ਨਾਲ ਵਿਗੜ ਸਕਦੇ ਨੇ ਰਿਸ਼ਤੇ। ਐਲਨ ਮਸਕ ਨੇ ਟਵਿੱਟਰ ਡੀਲ ਕੈਂਸਲ ਕਰਨ ਦਾ ਕੀਤਾ ਐਲਾਨ, ਕੰਪਨੀ ਨੇ ਕਿਹਾ ਜਾਵਾਂਗੇ ਕੋਰਟ। 9 ਬੱਚਿਆਂ ਦੇ ਪਿਤਾ ਨੇ ਐਲਨ ਮਸਕ ਕਿਹਾ, ਮੈਂ ਆਬਾਦੀ ਨੂੰ ਲੈ ਕੇ ਹਾਂ ਚਿੰਤਤ। ਭਾਰਤ ਨੂੰ ਪਾਬੰਦੀਆਂ ਤੋਂ ਬਚਾਉਣ ਲਈ ਅਮਰੀਕੀ ਸਦਨ ਵਿੱਚ ਸੋਧ ਬਿੱਲ ਪੇਸ਼। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਮਾਰਨ ਲਈ ਘਰ ਵਿੱਚ ਬਣਾਈ ਗਈ ਖੈਮਰੇਨੁਮਾ ਗਨ, ਫੋਟੋ ਖਿੱਚਣ ਦੇ ਬਹਾਨੇ ਮਾਰੀ ਗਈ ਗੋਲੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੋਰੋਨਾ ਦਾ ਖੌਫ ਘਟਣ ਮਗਰੋਂ ਉੱਚ ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ। ਇਕੱਲੀ ਅਮਰੀਕੀ ਐਮਬੈਸੀ ਨੂੰ ਇਸ ਸਾਲ ਭਾਰਤ ਤੋਂ ਸਟੂਡੈਂਟ ਵੀਜ਼ੇ ਲਈ 1.25 ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ ਨੇ, ਜਿਨ੍ਹਾਂ ਨੂੰ ਜਾਰੀ ਕਰਨ ਲਈ ਐਮਬੈਸੀ ਵੱਲੋਂ ਵਾਧੂ ਉਪਾਅ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਦੇ ਹਾਲਤ ਕੈਨੇਡਾ, ਆਸਟ੍ਰੇਲੀਆ ਤੇ ਬਰਤਾਨੀਆ ਦੀਆਂ ਐਮਬੈਸੀਆਂ ਦੇ ਸਾਹਮਣੇ ਵੀ ਆਏ ਨੇ। ਇਹਨਾਂ ਵਿੱਚ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਸਟੂਡੈਂਟਸ ਵੀਜ਼ੇ ਲਈ ਅਪਲਾਈ ਕੀਤਾ ਹੈ। ਇਸ ਕਾਰਨ ਵੀਜ਼ਾ ਮਿਲਣ ਵਿੱਚ ਦੇਰੀ ਹੋ ਰਹੀ ਹੈ। ਅਮਰੀਕੀ ਐਮਬੈਸੀ ਦੇ ਅਧਿਕਾਰ ਬੁਲਾਰੇ ਨੇ ਕਿਹਾ ਹੈ ਕਿ ਉਹਨਾਂ ਦੇ ਮੁਤਾਬਕ ਪਿਛਲੇ ਸਾਲ ਐਮਬੈਸੀ ਨੇ ਗਰਮੀਆਂ ਦੌਰਾਨ 62,000 ਸਟੂਡੈਂਟ ਵੀਜ਼ਾ ਜਾਰੀ ਕੀਤੇ ਸੀ। ਤਦ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਕਾਫੀ ਹੱਦ ਤੱਕ ਜਾਰੀ ਸੀ, ਪਰ ਇਸ ਵਾਰ ਸਟੂਡੈਂਟ ਵੀਜ਼ਾ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ ਦੁੱਗਣੇ ਤੋਂ ਜ਼ਿਆਦਾ ਹੋ ਗਈ ਹੈ। ਐਮਬੈਸੀ ਨੂੰ ਦੇਸ਼ ਭਰ ਵਿੱਚੋਂ 1,25,000 ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ। ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਨੇ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟ੍ਰੇਲੀਆ ਸਣੇ 8 ਦੇਸ਼ਾਂ ਦੀਆਂ ਐਮਬੈਸੀਆਂ ਨੂੰ ਕਿਹਾ ਸੀ ਕਿ ਉਹ ਭਾਰਤੀ ਵਿਦਿਆਰਥੀਆਂ ਦੀ ਵੀਜ਼ਾ ਪ੍ਰਕਿਰਿਆ ਤੇਜ਼ ਕਰੇ। ਦਰਅਸਲ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਐਮਬੈਸੀ ਵਿੱਚੋਂ ਵੀਜ਼ਾ ਮਿਲਣ ਵਿੱਚ ਲੰਬਾ ਸਮਾਂ ਲੱਗ ਰਿਹਾ। ਅਮਰੀਕੀ ਐਮਬੈਸੀ ਦਾ ਕਹਿਣਾ ਹੈ ਕਿ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਗਏ ਨੇ। ਹਜ਼ਾਰਾਂ ਵੀਜ਼ਾ ਅਪਾਇੰਟਮੈਂਟ ਸਲੋਟ ਵਧਾਏ ਗਏ ਨੇ ਅਤੇ ਸਟੂਡੈਂਟ ਵੀਜ਼ੇ ਲਈ ਇਨ ਪਰਸਨ ਇੰਟਰਵਿਊ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਗਰਭਪਾਤ ਦੀ ਵਿਵਸਥਾ ਦੀ ਸੁਰੱਖਿਆ ਲਈ ਸ਼ੁੱਕਰਵਾਰ ਨੂੰ ਕਾਰਵਾਈ ਕਰਨਗੇ। 2 ਹਫ਼ਤੇ ਪਹਿਲਾਂ ਸੁਪਰੀਮ ਕੋਰਟ ਨੇ ਗਰਭਪਾਤ ਦੇ ਸੰਬੰਧ ਵਿੱਚ ਸੰਵਿਧਾਨਿਕ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਆਪਣੀ ਡੈਮੋਕ੍ਰੈਟਿਕ ਪਾਰਟੀ ਦੇ ਸਹਿਯੋਗੀਆਂ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਈਟ ਹਾਊਸ ਨੇ ਕਿਹਾ ਕਿ ਬਾਈਡਨ ਸ਼ੁੱਕਰਵਾਰ ਨੂੰ ਸਵੇਰੇ ਪ੍ਰਜਨਨ ਸਿਹਤ ਸੇਵਾਵਾਂ ਤੱਕ ਪਹੁੰਚ ਦੀ ਰੱਖਿਆ ਦੇ ਮੁੱਦੇ ਤੇ ਟਿੱਪਣੀ ਕਰਨਗੇ। ਬਾਈਡਨ ਤੋਂ ਕਾਰਵਾਈ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਸੰਭਾਵਤ ਸਜ਼ਾ ਵਿੱਚ ਕਮੀ ਕੀਤੀ ਜਾ ਸਕੇ, ਜਿਨ੍ਹਾਂ ਦਾ ਸਾਹਮਣਾ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਗਰਭਪਾਤ ਦੀ ਮੰਗ ਕਰਨ ਵਾਲੀਆਂ ਮਹਿਲਾਵਾਂ ਨੂੰ ਕਰਨਾ ਪੈ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਾਈਡਨ ਨਿਆਂ ਅਤੇ ਸਿਹਤ ਅਤੇ ਮਨੁੱਖੀ ਸੇਵਾ ਵਿਭਾਗਾਂ ਨੂੰ ਜ਼ਰੂਰੀ ਹੁਕਮ ਦੇਣਗੇ। ਬਾਈਡਨ ਵੱਲੋਂ ਕਾਰਜਕਾਰੀ ਹੁਕਮ ਰਾਹੀਂ ਵੱਖ-ਵੱਖ ਏਜੰਸੀਆਂ ਨੂੰ ਇਹ ਹੁਕਮ ਦਿੱਤੇ ਜਾਣ ਦੀ ਸੰਭਾਵਨਾ ਹੈ ਕਿ ਉਹ ਡਾਕਟਰੀ ਸੇਵਾਵਾਂ ਦੇਣ ਵਾਲੇ ਅਤੇ ਬੀਮਾ ਕਰਤਾਵਾਂ ਨੂੰ ਸਿੱਖਿਅਤ ਕਰਨ ਲਈ ਕੰਮ ਕਰਨ ਦੀ, ਉਹਨਾਂ ਨੂੰ ਕਿਵੇਂ ਅਤੇ ਕਦੋਂ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ। ਇਸ ਦਾ ਮਕਸਦ ਉਹਨਾਂ ਮਹਿਲਾਵਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਹੈ ਜੋ ਗਰਭਪਾਤ ਸੇਵਾਵਾਂ ਦੀ ਭਾਲ ਕਰ ਰਹੀਆਂ ਨੇ ਤਾਂ ਜੋ ਇਸ ਦੀਆਂ ਵਰਤੋਂ ਕਰਨ ਵਾਲੀਆਂ ਨੇ। ਰਾਸ਼ਟਰਪਤੀ ਸੰਘੀ ਵਪਾਰ ਕਮਿਸ਼ਨ ਤੋਂ ਆਨਲਾਈਨ ਜਾਣਕਾਰੀ ਮੰਗਣ ਵਾਲਿਆਂ ਦੀ ਗੁਪਤਤਾ ਦੀ ਰੱਖਿਆ ਲਈ ਕਦਮ ਚੁੱਕਣ ਨੂੰ ਵੀ ਕਹਿਣਗੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬਾਈਡਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਕਾਂਗਰਸ ਦੀ ਕਾਰਵਾਈ ਦੇ ਬਿਨਾਂ ਗਰਭਪਾਤ ਅਧਿਕਾਰਾਂ ਨੂੰ ਕਾਰਜਕਾਰੀ ਕਾਰਵਾਈ ਰਾਹੀਂ ਸੁਰੱਖਿਅਤ ਰੱਖਣ ਦੀ ਉਹਨਾਂ ਦੀ ਇੱਕ ਸੀਮਤ ਸਮਰੱਥਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਦਾਕਾਰ ਡੈਨਜ਼ਲ ਵਾਸ਼ਿੰਗਟਨ, ਓਲੰਪਿਕ ਜਿਮਨਾਸਟ ਸਿਮੋਨ ਬਾਇਲਸ ਤੇ ਸਾਬਕਾ ਕਾਂਗਰਸ ਵੂਮਨ ਗੈਬਰੀਅਲ ਜ਼ੀਫੋਰਡ ਸਮੇਤ 17 ਸ਼ਖਸੀਅਤਾਂ ਦਾ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਅਮਰੀਕਾ ਦੇ ਸਰਵੋਤਮ ਰਾਸ਼ਟਰਪਤੀ ਪੁਰਸਕਾਰ ਰਾਸ਼ਟਰਪਤੀ ਆਜ਼ਾਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਸੈਨੇਟਰ ਜੌਹਨ ਮੈਕਕੇਨ, ਐਪਲ ਦੇ ਸੰਸਥਾਪਕ ਸਟੀਵ ਜੌਬਸ ਤੇ ਰਿਚਰਡ ਟਰੂਮਕਾ ਨੂੰ ਮਰਨ ਉਪਰੰਤ ਸਨਮਾਨ ਉਹਨਾਂ ਦੇ ਪ੍ਰਤੀਨਿਧੀਆਂ ਨੂੰ ਸੌਂਪਿਆ। ਇਸ ਸੰਬੰਧੀ ਵਾਈਟ ਹਾਊਸ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਪ੍ਰਾਪਤ ਕਰਨ ਵਾਲੇ ਵਿਲੱਖਣ ਅਮਰੀਕੀ ਨੇ। ਇਹ ਪੁਰਸਕਾਰ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਵੱਲੋਂ ਸਥਾਪਿਤ ਕੀਤਾ ਗਿਆ ਸੀ, ਜੋ ਸਰਵੋਤਮ ਗੈਰ ਫੌਜੀ ਪੁਰਸਕਾਰ ਹੈ ਜੋ ਵਿਲੱਖਣ ਪ੍ਰਾਪਤੀਆਂ ਲਈ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ। ਜੋ ਬਾਈਡਨ ਨੂੰ ਇਹ ਪੁਰਸਕਾਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2017 ਵਿੱਚ ਦਿੱਤਾ ਸੀ। ਉਹਨਾਂ ਨੂੰ ਇਹ ਪੁਰਸਕਾਰ ਇੱਕ ਸੈਨੇਟਰ ਤੇ ਉਪ ਰਾਸ਼ਟਰਪਤੀ ਵਜੋਂ ਦੇਸ਼ ਵਾਸੀਆਂ ਲਈ ਨਿਭਾਈਆਂ ਗਈਆਂ ਸੇਵਾਵਾਂ ਲਈ ਦਿੱਤਾ ਗਿਆ ਸੀ।
ਚੀਨ ਨੇ ਅਮਰੀਕਾ ਦੇ ਨਾਲ ਜੁਆਇੰਟ ਚੀਫ ਆਫ ਸਟਾਫ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤਾ ਹੈ ਕਿ ਅਮਰੀਕਾ ਨੂੰ ਤਾਇਵਾਨ ਨਾਲ ਫੌਜੀ ਮਿਲੀਭੁਗਤ ਬੰਦ ਕਰਨੀ ਚਾਹੀਦੀ ਹੈ, ਜਿਸ ਨਾਲ ਦੋਵਾਂ ਦੇ ਸੰਬੰਧ ਤੇਜ਼ੀ ਨਾਲ ਵਿਗੜ ਸਕਦੇ ਨੇ। ਉਸਨੇ ਇੱਕ ਅਮਰੀਕੀ ਸੈਨੇਟਰ ਅਤੇ ਤਾਇਵਾਨ ਦੇ ਰਾਸ਼ਟਰਪਤੀ ਸਾਈ ਇਨਵੇਨ ਵਿਚਕਾਰ ਹਾਲ ਹੀ ਵਿੱਚ ਹੋਈ ਮੁਲਾਕਾਤ ਵੱਲ ਵੀ ਇਸ਼ਾਰਾ ਕੀਤਾ। ਜਨਰਲ ਲੀ ਜ਼ਿਊਚਿੰਗ ਨੇ ਵੀਰਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜਨਰਲ ਮਾਰਕ ਮਿਲੀ ਨੂੰ ਕਿਹਾ ਕਿ ਚੀਨ ਕੋਲ ਸਵੈ ਸ਼ਾਸਨ ਤਾਇਵਾਨ ਸਮੇਤ ਆਪਣੇ ਮੁੱਖ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਸਮਝੌਤੇ ਦੀ ਕੋਈ ਥਾਂ ਨਹੀਂ ਹੈ। ਬੀਜਿੰਗ ਇਸ ਨੂੰ ਆਪਣੇ ਖੇਤਰ ਦੇ ਤੌਰ ਤੇ ਦਾਅਵਾ ਕਰਦਾ ਹੈ ਅਤੇ ਕਹਿੰਦਾ ਰਿਹਾ ਹੈ ਕਿ ਜੇ ਲੋੜ ਪਈ ਤਾਂ ਇਸ ਨੂੰ ਤਾਕਤ ਨਾਲ ਜੋੜਿਆ ਜਾਏਗਾ। ਲੀ ਨੇ ਕਿਹਾ ਕਿ ਚੀਨ ਅਮਰੀਕਾ ਨੂੰ ਤਾਕੀਦ ਕਰਦਾ ਹੈ ਕਿ ਉਹ ਇਤਿਹਾਸ ਨੂੰ ਉਲਟਾਉਣਾ ਬੰਦ ਕਰੇ, ਤਾਇਵਾਨ ਨਾਲ ਫੌਜੀ ਮਿਲਕ ਭੁਗਤ ਤੋਂ ਬਚੇ। ਅਮਰੀਕਾ ਚੀਨ ਸੰਬੰਧਾਂ ਤੇ ਤਾਇਵਾਨ ਸਟ੍ਰੇਟ ਵਿੱਚ ਸਥਿਰਤਾ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਲੀ ਨੇ ਇੱਕ ਪਰਦਾ ਚੇਤਾਵਨੀ ਜਾਰੀ ਕੀਤੀ ਹੈ ਕਿ ਚੀਨੀ ਫੌਜ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਮਜ਼ਬੂਤੀ ਨਾਲ ਰੱਖਿਆ ਕਰੇਗੀ। ਜੇਕਰ ਕੋਈ ਇਸ ਵਿੱਚ ਦਖਲ ਅੰਦਾਜ਼ੀ ਕਰਦਾ ਹੈ ਤਾਂ ਚੀਨ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਇਹ ਮੀਟਿੰਗ ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਵੱਲੋਂ ਪਿਛਲੇ ਮਹੀਨੇ ਇੱਕ ਖੇਤਰੀ ਸੁਰੱਖਿਆ ਸੰਮੇਲਨ ਵਿੱਚ ਕੀਤੀ ਗਈ ਤਿੱਖੀ ਟਿੱਪਣੀ ਤੋਂ ਬਾਅਦ ਹੋਈ, ਜਿਸ ਵਿੱਚ ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਵੀ ਮੌਜੂਦ ਸਨ। ਚੀਨ ਨੇ ਕਿਹਾ ਸੀ ਕਿ ਅਮਰੀਕਾ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ 'ਚ ਆਪਣਾ ਸਮਰਥਨ ਵਧਾਉਣ ਲਈ ਉਹਨਾਂ ਨੂੰ ਬੀਜਿੰਗ ਦੇ ਖਿਲਾਫ ਭੜਕਾ ਰਿਹਾ। ਜ਼ਿਕਰਯੋਗ ਹੈ ਕਿ ਤਾਇਵਾਨ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਜਾਪਾਨ 'ਚ ਹੋਈ ਕੁਆਡ ਮੈਂਬਰਾਂ ਦੀ ਬੈਠਕ ਵਿੱਚ ਅਮਰੀਕਾ ਨੇ ਚੀਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਤਾਇਵਾਨ ਤੇ ਕਿਸੇ ਤਰ੍ਹਾਂ ਦੀ ਫੌਜੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਇਸ ਦਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇਗਾ। ਅਮਰੀਕਾ ਤਾਇਵਾਨ ਨੂੰ ਲੈ ਕੇ ਆਪਣੀ ਨੀਤੀ 'ਚ ਕੋਈ ਬਦਲਾਅ ਨਹੀਂ ਕਰੇਗਾ। ਐਲਨ ਮਸਕ ਨੇ ਟਵਿੱਟਰ ਡੀਲ ਵੱਲੋਂ ਕੈਂਸਲ ਕਰ ਦਿੱਤੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ 25 ਅਪ੍ਰੈਲ ਨੂੰ ਟਵਿੱਟਰ ਨੂੰ 54.20 ਬਿਲੀਅਨ ਡਾਲਰਸ ਵਿੱਚ ਖਰੀਦਣ ਦਾ ਆਫਰ ਦਿੱਤਾ ਸੀ। ਹਾਲਾਂਕਿ ਇਹ ਡੀਲ ਬਾਅਦ ਵਿੱਚ 44 ਬਿਲੀਅਨ ਡਾਲਰ ਤੇ ਪੱਕੀ ਹੋਈ ਸੀ। ਡੀਲ ਤੋਂ ਪਿੱਛੇ ਹਟਣ ਦੇ ਬਾਅਦ ਹੁਣ ਐਲਨ ਮਸਕ ਨੇ ਟਵਿੱਟਰ ਮੁਕੱਦਮਾ ਕਰਨ ਦੀ ਤਿਆਰੀ ਵਿੱਚ ਵੀ ਹੈ। ਜੀ ਹਾਂ, ਐਲਨ ਮਸਕ ਤੇ ਟਵਿੱਟਰ ਮੁਕੱਦਮਾ ਕਰਨ ਦੀ ਤਿਆਰੀ 'ਚ ਹੈ। ਕੁਝ ਹਫ਼ਤਿਆਂ ਤੱਕ ਚੱਲੇ ਟੇਕ ਵਰਲਡ ਦੇ ਹਾਈ ਵੋਲਟੇਜ ਡਰਾਮੇ ਵਿੱਚ ਇੱਕ ਨਵਾਂ ਮੋੜ ਆ ਚੁੱਕਾ ਹੈ। ਐਲਨ ਮਸਕ ਨੇ ਕਿਹਾ ਕਿ ਟਵਿੱਟਰ ਨੇ ਐਗਰੀਮੈਂਟਸ ਦੇ ਕਈ ਨਿਯਮ ਤੋੜੇ ਨੇ, ਇਸ ਲਈ ਉਹ ਡੀਲ ਤੋਂ ਪਿੱਛੇ ਹਟ ਰਹੇ ਨੇ। 16 ਸਾਲ ਪੁਰਾਣੀ ਸੈਨ ਫਰਾਂਸਿਸਕੋ ਦੀ ਕੰਪਨੀ ਟਵਿੱਟਰ ਅਤੇ ਐਲਨ ਮਸਕ ਵਿੱਚ ਹੁਣ ਲੰਬੀ ਅਦਾਲਤੀ ਲੜਾਈ ਛਿੜ ਸਕਦੀ ਹੈ, ਕਿਉਂਕਿ ਟਵਿੱਟਰ ਦੇ ਚੇਅਰਮੈਨ ਬ੍ਰੈਡ ਟਾਇਲੋ ਨੇ ਕਿਹਾ ਕਿ ਕੰਪਨੀ ਬੋਰਡ ਨੇ ਰਲੇਵੇਂ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਲਿਆ। ਉਹਨਾਂ ਨੇ ਕਿਹਾ ਕਿ ਬੋਰਡ ਇਸ ਸਮਝੌਤੇ ਨੂੰ ਉਹਨਾਂ ਸ਼ਰਤਾਂ ਤੇ ਕੀਮਤ ਤੈਅ ਕਰਨ ਲਈ ਪ੍ਰਤੀਬੱਧ ਹੈ ਜੋ ਐਲਨ ਮਸਕ ਨੇ ਨਾਲ ਤੈਅ ਹੋਇਆ ਸੀ। ਐਲਨ ਮਸਕ ਦੇ ਵਕੀਲਾਂ ਨੇ ਇੱਕ ਪਟੀਸ਼ਨ ਵਿੱਚ ਕਿਹਾ ਕਿ ਬਾਰ-ਬਾਰ ਮੰਗੇ ਜਾਣ ਤੇ ਵੀ ਟਵਿੱਟਰ ਆਪਣੇ ਫੇਕ ਅਕਾਊਂਟਸ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਿਹਾ ਜਾਂ ਮਨਾ ਕਰ ਦਿੱਤਾ, ਜੋ ਕੰਪਨੀ ਦੀ ਕਾਰੋਬਾਰੀ ਪਰਫਾਰਮੈਂਸ ਲਈ ਜ਼ਰੂਰੀ ਹੈ। ਫਾਈਲਿੰਗ ਵਿੱਚ ਟਵਿੱਟਰ ਤੇ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਕਿ ਅਜਿਹਾ ਲੱਗਦਾ ਹੈ ਕਿ ਟਵਿੱਟਰ ਨੇ ਗਲਤ ਜਾਣਕਾਰੀ ਦਿੱਤੀ ਸੀ, ਜਿਸ ਤੇ ਭਰੋਸਾ ਕਰਕੇ ਮਸਕ ਨੇ ਰਲੇਵਾਂ ਸਮਝੌਤਾ ਕਰਨ ਦਾ ਫੈਸਲਾ ਕੀਤਾ ਸੀ। ਦੱਸਿਆ ਜਾ ਰਿਹਾ ਕਿ ਇਸ ਡੀਲ ਨੂੰ ਰੱਦ ਕਰਨ ਲਈ ਐਲਨ ਮਸਕ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਰਲੇਵਾਂ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣਾ ਨਾ ਕਰਨ ਤੇ $1 ਅਰਬ ਦੀ ਬ੍ਰੇਕ ਅਪ ਫੀਸ ਲਗਾਈ ਜਾ ਸਕਦੀ ਹੈ। ਟੈਸਲਾ ਕੰਪਨੀ ਦੇ CEO ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਇੱਕ ਵਾਰ ਫਿਰ ਪਿਤਾ ਬਣ ਗਏ ਨੇ। ਇਸ ਦੌਰਾਨ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ 7 ਨਹੀਂ 9 ਬੱਚਿਆਂ ਦੇ ਪਿਤਾ ਨੇ। ਮੀਡੀਆ ਰਿਪੋਰਟਾਂ ਮੁਤਾਬਕ ਨਵੰਬਰ 2021 ਵਿੱਚ ਮਸਕ ਦੀ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਅਧਿਕਾਰੀ ਸ਼ਿਵੋਨ ਜ਼ਿਲਿਸ ਨੇ ਆਪਣੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਤੋਂ ਬਾਅਦ ਐਲਨ ਅਤੇ ਜ਼ਿਲਿਸ ਨੇ ਅਦਾਲਤ ਵਿੱਚ ਬੱਚਿਆਂ ਦੇ ਨਾਮ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਹੁਣ ਜੁੜਵਾ ਬੱਚਿਆਂ ਦੇ ਪਿਤਾ ਹੋਣ ਦੀ ਰਿਪੋਰਟ ਤੇ ਐਲਨ ਦੀ ਪ੍ਰਕਿਰਿਆ ਸਾਹਮਣੇ ਆਈ ਹੈ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ, ਘੱਟ ਆਬਾਦੀ ਦੇ ਸੰਕਟ ਵਿੱਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਉਹਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਟਵੀਟ ਕੀਤਾ ਕਿ ਜਨਮ ਦਰ ਦਾ ਡਿੱਗਣਾ ਹੁਣ ਤੱਕ ਦਾ ਸਭ ਤੋਂ ਵੱਡਾ ਖਤਰਾ ਹੈ। ਦੱਸਦੇ ਕਿ ਐਲਨ ਮਸਕ ਹਮੇਸ਼ਾ ਹੀ ਆਪਣੇ ਟਵੀਟਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਨੇ। ਹਾਲ ਹੀ ਵਿੱਚ ਮਸਕ ਨੇ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹਨਾਂ ਨੇ ਵਾਤਾਵਰਣ ਬਾਰੇ ਗੱਲ ਕਰਨੀ ਸੀ। ਇਸ ਦੌਰਾਨ ਉਸ ਵੱਲੋਂ ਵੱਧ ਬੱਚੇ ਪੈਦਾ ਕਰਨ ਬਾਰੇ ਦਲੀਲ ਦਿੱਤੀ ਗਈ ਸੀ ਕਿ ਵਾਤਾਵਰਣ ਲਈ ਵੱਧ ਬੱਚੇ ਪੈਦਾ ਕਰਨਾ ਹੀ ਬਿਹਤਰ ਹੈ। ਉਹਨਾਂ ਦਾ ਇਹ ਜਵਾਬ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਸੀ। ਭਾਰਤੀ ਅਮਰੀਕੀ ਸੰਸਦ ਮੈਂਬਰ ਰੌਕ ਖੰਨਾ ਨੇ ਅਮਰੀਕੀ ਪ੍ਰਤੀਨਿਧੀ ਸਭਾ ਵਿਚਕਾਰ ਕਾਨੂੰਨੀ ਸੋਧ ਬਾਰੇ ਬਿੱਲ ਪੇਸ਼ ਕਰਕੇ ਭਾਰਤ ਉੱਤੇ CAATS ਦੇ ਤਹਿਤ ਲੱਗਣ ਵਾਲੀਆਂ ਪਾਬੰਦੀਆਂ ਵਿੱਚ ਛੋਟ ਮੰਗੀ ਹੈ।
ਇਹ ਪਾਬੰਦੀਆਂ ਭਾਰਤ ਉੱਤੇ ਰੂਸ ਤੋਂ S-400 ਮਿਜ਼ਾਈਲ ਪ੍ਰਣਾਲੀ ਖਰੀਦਣ ਉੱਤੇ ਲੱਗ ਸਕਦੀਆਂ ਨੇ। ਹਾਲਾਂਕਿ ਅਮਰੀਕੀ ਪ੍ਰਸ਼ਾਸਨ ਨੇ ਇਸ ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਖੰਨਾ ਨੇ ਕਿਹਾ ਕਿ ਇਸ ਨਾਲ ਭਾਰਤ ਅਮਰੀਕਾ ਦੇ ਰੱਖਿਆ ਸੰਬੰਧ ਮਜ਼ਬੂਤ ਹੋਣਗੇ। ਦੱਸਣਯੋਗ ਹੈ ਕਿ ਸਾਲ 2017 ਵਿੱਚ ਬਣੇ ਕਾਊਂਟਰਿੰਗ ਅਮਰੀਕੀਜ਼ ਐਡਵਾਈਜ਼ਰੀ ਸ਼ੁਰੂ ਸੈਕਸ਼ਨਜ਼ ਐਕਟ ਤਹਿਤ ਰੂਸ ਨਾਲ ਰੱਖਿਆ ਤੇ ਖੁਫੀਆ ਲੈਣ ਦੇਣ ਕਰਨ ਵਾਲੇ ਕਿਸੇ ਵੀ ਦੇਸ਼ ਦੇ ਖਿਲਾਫ ਕਾਰਵਾਈ ਕਰਨ ਦੀ ਤਜਵੀਜ਼ ਹੈ। ਇਸ ਨੂੰ 2014 ਵਿੱਚ ਕਰਮੀਆ ਉੱਤੇ ਰੂਸ ਦੇ ਕਬਜ਼ੇ ਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਮਾਸਕੋ ਦੀ ਕਥਿਤ ਦਖਲਅੰਦਾਜ਼ੀ ਦੇ ਜਵਾਬ ਵਿੱਚ ਲਿਆਂਦਾ ਗਿਆ ਸੀ। ਅਕਤੂਬਰ 2018 ਵਿੱਚ ਭਾਰਤ ਨੇ ਤਤਕਾਲੀ ਟਰੰਪ ਪ੍ਰਸ਼ਾਸਨ ਦੀ ਚੇਤਾਵਨੀ ਦੇ ਬਾਵਜੂਦ S-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀਆਂ 5 ਇਕਾਈਆਂ ਖਰੀਦਣ ਲਈ ਰੂਸ ਦੇ ਨਾਲ $5 ਅਰਬ ਦਾ ਸਮਝੌਤਾ ਕੀਤਾ ਸੀ। ਕੈਲੀਫੋਰਨੀਆ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਖੰਨਾ ਵੱਲੋਂ ਪੇਸ਼ ਕੀਤੇ ਗਏ ਕਾਨੂੰਨ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਸੇ ਭਾਰਤ ਨੂੰ ਰੂਸ ਵੱਲੋਂ ਬਣਾਏ ਜਾਂਦੇ ਵੱਡੇ ਹਥਿਆਰਾਂ ਨੂੰ ਬਣਾਏ ਰੱਖਣ ਦੀ ਤੁਰੰਤ ਲੋੜ ਹੈ ਤੇ ਦੂਜੇ ਪਾਸੇ ਬਦਲਦੇ ਸਮੇਂ ਦੇ ਨਾਲ ਰੂਸ ਤੇ ਚੀਨ ਦੀ ਨੇੜਲੀ ਭਾਈਵਾਲੀ ਦੇ ਮੱਦੇਨਜ਼ਰ ਇਹਨਾਂ ਦੇ ਹਮਲਾਵਰ ਰੁਖ ਨਾਲ ਨਜਿੱਠਣ ਲਈ CAATSA ਤਹਿਤ ਪਾਬੰਦੀਆਂ ਵਿੱਚ ਛੋਟ ਦਿੱਤੀ ਜਾਣੀ ਅਮਰੀਕਾ ਤੇ ਭਾਰਤ ਅਮਰੀਕੀ ਰੱਖਿਆ ਭਾਈਵਾਲੀ ਦੇ ਹਿੱਤ ਵਿੱਚ ਹੈ। ਕਾਨੂੰਨੀ ਸੋਧ ਬਾਰੇ ਤਜਵੀਜ਼ ਪੇਸ਼ ਕਰਨ ਤੋਂ ਬਾਅਦ ਖੰਨਾ ਨੇ ਕਿਹਾ ਕਿ ਯਕੀਨੀ ਬਣਾਏਗਾ ਕਿ ਭਾਰਤ ਨੂੰ ਅਜਿਹੇ ਸਮੇਂ ਗੰਭੀਰ ਪਾਬੰਦੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਦ ਦੋਵੇਂ ਦੇਸ਼ਾਂ ਨੂੰ ਗੱਠਜੋੜ ਦੀ ਜ਼ਰੂਰਤ ਹੈ। ਉਹਨਾਂ ਨੇ ਉਮੀਦ ਜਤਾਈ ਹੈ ਕਿ ਇਸ ਸੋਧ ਨੂੰ ਪਾਸ ਕਰ ਦਿੱਤਾ ਜਾਏਗਾ। ਸੋਧ ਕਾਨੂੰਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਚੀਨ ਸਰਹੱਦ ਉੱਤੇ ਚੀਨ ਦੇ ਹਮਲਾਵਰ ਰੁਖ ਕਾਰਨ ਭਾਰਤ ਨੂੰ ਗੰਭੀਰ ਖੇਤਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਇਹ ਦੇਖਦੇ ਹਾਂ ਕਿ ਭਾਰਤ ਆਪਣੀ ਕੌਮੀ ਸੁਰੱਖਿਆ ਲਈ ਰੂਸ ਦੇ ਹਥਿਆਰਾਂ ਉੱਤੇ ਨਿਰਭਰ ਹੈ। ਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਰੂਸੀ ਹਥਿਆਰਾਂ ਤੇ ਰੱਖਿਆ ਪ੍ਰਣਾਲੀ ਤੋਂ ਭਾਰਤ ਨੂੰ ਦੂਰ ਲਿਜਾਣ ਲਈ ਵਾਧੂ ਕਦਮ ਚੁੱਕਣੇ ਚਾਹੀਦੇ ਨੇ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੋਣ ਸਮਾਗਮ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਜਾਪਾਨ ਦੇ ਨਿਊਜ਼ ਏਜੰਸੀ ਮੁਤਾਬਕ ਟੇਤਸੂਆ ਨਾਮਕ ਹਮਲਾਵਰ ਨੇ ਹੱਥ ਨਾਲ ਬਣੀ ਬੰਦੂਕ ਨਾਲ ਉਹਨਾਂ ਤੇ ਹਮਲਾ ਕੀਤਾ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਟੇਤਸੂਆ ਨੇ ਸ਼ਿੰਜੋ ਆਬੇ ਨੂੰ ਮਾਰਨ ਲਈ ਡਕਟ ਟੇਪ ਵਿੱਚ ਲਪੇਟੇ ਇੱਕ ਸਟੀਲ ਟਿਊਬ ਵਾਲੀ ਘਰੇਲੂ ਬਣੀ ਡਬਲ ਬੈਰਲ ਬੰਦੂਕ ਦੀ ਵਰਤੋਂ ਕੀਤੀ। ਰਿਪੋਰਟਾਂ ਮੁਤਾਬਕ ਜਾਪਾਨ ਦੇ ਨਾਰਾ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਮਲਾਵਰ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਮਾਰਨ ਲਈ ਆਪਣੀ ਡਬਲ ਬੈਰਲ ਬੰਦੂਕ ਤਿਆਰ ਕੀਤੀ ਸੀ। ਇਸ ਗਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਕੈਮਰੇ ਵਰਗੀ ਦਿਸੇ। ਮੰਨਿਆ ਜਾ ਰਿਹਾ ਕਿ ਹਮਲਾਵਰ ਫੋਟੋ ਖਿੱਚਣ ਦੇ ਬਹਾਨੇ ਆਬੇ ਦੇ ਨੇੜੇ ਆਇਆ ਤੇ ਫਾਇਰ ਕਰ ਦਿੱਤਾ। ਆਬੇ ਨੂੰ ਪਿੱਛੋਂ 2 ਗੋਲੀਆਂ ਮਾਰੀਆਂ ਗਈਆਂ। ਮੌਕੇ ਤੇ ਮੌਜੂਦ ਇੱਕ ਗਵਾਹ ਮਾਸਾਹੀਰੋ ਓਕੂਦਾ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਆਪਣੇ ਹੱਥ ਵਿੱਚ 20 ਸੈਂਟੀਮੀਟਰ ਲੰਬਾ ਬਲੈਕ ਬਾਕਸ ਫੜਿਆ ਹੋਇਆ ਸੀ ਜੋ ਕਿ ਕੈਮਰੇ ਦੇ ਲੈਂਸ ਵਰਗਾ ਲੱਗ ਰਿਹਾ ਸੀ। ਜਦੋਂ ਸ਼ਿੰਜੋ ਆਬੇ ਭਾਸ਼ਣ ਦੇ ਰਹੇ ਸਨ ਤਾਂ ਉਹ ਉਹਨਾਂ ਦੇ ਪਿੱਛੇ ਆਇਆ ਅਤੇ ਉਸ ਡੱਬੇ ਰਾਹੀਂ ਜਿੱਥੇ ਸ਼ੰਭੂ ਆਬੇ ਤੇ 2 ਵਾਰ ਗੋਲੀ ਚਲਾਈ। ਗੋਲੀਬਾਰੀ ਦੌਰਾਨ ਉੱਥੇ ਚਿੱਟਾ ਧੂਆਂ ਫੈਲ ਗਿਆ। ਹਮਲੇ ਦੌਰਾਨ ਉੱਥੇ ਮੌਜੂਦ ਗਵਾਹ ਨੇ ਦੱਸਿਆ ਕਿ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਬੰਦੂਕ ਉੱਥੇ ਸੁੱਟ ਦਿੱਤੀ। ਜਿਸ ਬੰਦੂਕ ਨਾਲ ਹਮਲਾ ਕੀਤਾ ਗਿਆ ਉਹ ਪੂਰੀ ਤਰ੍ਹਾਂ ਘਰੇਲੂ ਬਣੀ ਹੋਈ ਸੀ ਅਤੇ ਉਸ ਤੇ ਹੈਂਡਗਨ ਵਰਗਾ ਹੈਂਡਲ ਲੱਗਿਆ ਹੋਇਆ ਸੀ। ਇਹ ਪੂਰੀ ਬੰਦੂਕ ਕਾਲੀ ਟੇਪ ਨਾਲ ਢਕੀ ਹੋਈ ਸੀ। ਘਟਨਾ ਵਾਲੀ ਥਾਂ ਤੋਂ ਜੋ ਤਸਵੀਰ ਸਾਹਮਣੇ ਆਈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ 3D ਪ੍ਰਿੰਟਰ ਦੀ ਮਦਦ ਨਾਲ ਤਿਆਰ ਕੀਤਾ ਗਿਆ। ਆਲ ਜਾਪਾਨ ਹੰਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜ਼ਹੀ ਸਾਸਾਕੀ ਨੇ ਕਿਹਾ ਕਿ ਸ਼ੱਕੀ ਦੀ ਬੰਦੂਕ ਦੀ ਆਵਾਜ਼ ਦੂਜੀਆਂ ਬੰਦੂਕਾਂ ਦੀ ਆਵਾਜ਼ ਤੋਂ ਬਿਲਕੁਲ ਵੱਖਰੀ ਸੀ। ਇਸ ਨੂੰ ਇੱਕ ਘਰੇਲੂ ਪਿਸਤੌਲ ਕਿਹਾ ਜਾ ਸਕਦਾ ਹੈ। ਪਾਕਿਸਤਾਨ ਵਿੱਚ ਮੌਨਸੂਨ ਦੀ ਬਾਰਿਸ਼ ਤਬਾਹੀ ਬਣ ਕੇ ਸਾਹਮਣੇ ਆਈ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਾਰਿਸ਼ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਜਿਸ ਕਾਰਨ ਲੋਕਾਂ ਦਾ ਜੀਵਨ ਰੁਕ ਗਿਆ। ਪਾਕਿਸਤਾਨ ਵਿੱਚ ਪਿਛਲੇ 3 ਹਫ਼ਤਿਆਂ ਵਿੱਚ ਭਾਰੀ ਮੀਂਹ ਕਾਰਨ ਘੱਟੋ-ਘੱਟ 97 ਲੋਕਾਂ ਦੀ ਮੌਤ ਹੋ ਗਈ ਹੈ ਅਤੇ 101 ਹੋਰ ਜ਼ਖਮੀ ਹੋ ਗਏ ਨੇ। ਇੱਕ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰਿਸ਼ ਨਾਲ ਬਲੋਚਿਸਤਾਨ ਪ੍ਰਾਂਤ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਜਿੱਥੇ ਸੋਮਵਾਰ ਤੋਂ ਸ਼ੁਰੂ ਹੋਈ ਮੌਨਸੂਨ ਬਾਰਿਸ਼ ਕਾਰਨ ਹੁਣ ਤੱਕ 49 ਲੋਕਾਂ ਦੀ ਮੌਤ ਹੋ ਗਈ ਹੈ ਅਤੇ 48 ਹੋਰ ਜ਼ਖਮੀ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਖੈਬਰ ਪਖਤੂਨਖਵਾ ਸੂਬੇ ਵਿੱਚ ਕੁੱਲ 17 ਲੋਕ ਮਾਰੇ ਗਏ। ਇਸ ਤੋਂ ਬਾਅਦ ਸਿੰਧ ਵਿੱਚ 11, ਉੱਤਰੀ ਗਿਲਗਿਤ ਬਾਲਟਿਸਤਾਨ ਖੇਤਰ ਵਿੱਚ 10 ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ 10 ਹੋਰ ਲੋਕ ਮਾਰੇ ਗਏ। ਭਾਰੀ ਬਾਰਿਸ਼ ਦੇ ਚਲਦਿਆਂ ਆਏ ਹੜ੍ਹਾਂ ਕਾਰਨ 226 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 481 ਹੋਰ ਅੰਸ਼ਕ ਤੌਰ ਤੇ ਤਬਾਹ ਹੋ ਗਏ। ਇਸ ਸੰਬੰਧੀ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਮੰਤਰੀ ਸ਼ਹਿਰੀ ਰਹਿਮਾਨ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਾਲ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 87% ਜ਼ਿਆਦਾ ਮੀਂਹ ਪਿਆ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਸ਼ਵ ਵਿੱਚ ਜਲਵਾਯੂ ਤਬਦੀਲੀ ਲਈ ਸਭ ਤੋਂ ਕਮਜ਼ੋਰ 10 ਦੇਸ਼ਾਂ ਵਿੱਚੋਂ ਇੱਕ ਹੈ। ਇਸ ਗੱਲ ਤੇ ਜ਼ੋਰ ਦਿੰਦੇ ਹੋਏ ਜਨਤਾ ਨੂੰ ਮੌਸਮ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਉਪਾਅ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਨੇ।
नहीं ਤਾਂ ਭਵਿੱਖ ਵਿੱਚ ਚੀਜ਼ਾਂ ਹੋਰ ਵਿਗੜ ਜਾਣਗੀਆਂ। ਦੱਸ ਦਈਏ ਕਿ ਅਧਿਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ। ਹਾਲਾਂਕਿ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਸੁਧਾਰ ਦੇਖਿਆ ਗਿਆ। ਲੋਕਾਂ ਨੂੰ ਪਾਣੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਭਾਰੀ ਕਿੱਲਤ ਹੋ ਸਕਦੀ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਜੀ ਹਾਂ, ਪੈਟਰਿਕ ਬਰਾਊਨ ਨੂੰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚੋਂ ਕਢਵਾਉਣ ਵਾਲੀ ਔਰਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਅਤੇ ਉਸਨੇ ਆਪਣੇ ਵਕੀਲ ਰਾਹੀਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਸ ਕੰਪਨੀ ਖਾਸ ਤੌਰ ਤੇ ਬਰਾਊਨ ਦੀ ਆਰਥਿਕ ਮਦਦ ਕਰ ਰਹੀ ਸੀ ਅਤੇ ਖਰਚਿਆਂ ਵਿੱਚ ਕਈ ਕਿਸਮ ਦੀਆਂ ਗੜਬੜੀਆਂ ਨਜ਼ਰ ਆਈਆਂ। ਇੱਕ ਔਰਤ ਨੇ ਸ਼ਨਾਖਤ ਡੈਬੀ ਵਜੋਂ ਕੀਤੀ ਗਈ ਹੈ ਜੋ ਪੈਟਰਿਕ ਬਰਾਊਨ ਦੀ ਪ੍ਰਚਾਰ ਟੀਮ ਵਿੱਚ ਰੀਜਨਲ ਆਰਗੇਨਾਈਜ਼ਰ ਵਜੋਂ ਕੰਮ ਕਰ ਰਹੀ ਸੀ। 1 ਮਈ ਤੋਂ 3 ਜੂਨ ਤੱਕ ਕੰਮ ਕਰਨ ਵਾਲੇ ਡੈਬੀ ਮੁਤਾਬਕ ਪੈਟਰਿਕ ਬਰਾਊਨ ਨੇ ਕਿਹਾ ਸੀ ਕਿ ਬਤੌਰ ਸਲਾਹਕਾਰ ਇੱਕ ਕੰਪਨੀ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਡੈਬੀ ਨੇ ਇਸ ਗੱਲ ਤੇ ਯਕੀਨ ਕਰ ਲਿਆ ਤੇ ਉਸਨੂੰ ਇੱਕ ਟੈਕਸਟ ਮੈਸੇਜ ਰਾਹੀਂ ਤੀਜੀ ਧਿਰ ਨਾਲ ਜੋੜ ਦਿੱਤਾ ਗਿਆ। ਪਰ ਸਮਾਂ ਲੰਘਣ ਤੇ ਡੈਬੀ ਨੂੰ ਗੜਬੜ ਹੋਣ ਦਾ ਅਹਿਸਾਸ ਹੋਇਆ ਅਤੇ ਉਸਨੇ ਕੰਜ਼ਰਵੇਟਿਵ ਪਾਰਟੀ ਦੇ ਉੱਚ ਅਹੁਦੇਦਾਰਾਂ ਨੂੰ ਸਭ ਕੁਝ ਦੱਸਣ ਦਾ ਮਨ ਬਣਾ ਲਿਆ। ਕੈਨੇਡਾ ਦੇ ਸਰੀ ਸ਼ਹਿਰ ਦਾ ਵਾਸੀ ਰਾਹੁਲ ਮਲਿਕ ਲਾਪਤਾ ਹੋ ਗਿਆ, ਜਿਸ ਦੀ ਭਾਲ ਲਈ RCMP ਨੇ ਲੋਕਾਂ ਦੀ ਮਦਦ ਮੰਗੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਰਾਹੁਲ ਮਲਿਕ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਇਸ ਦੇ ਲਈ ਸਰੀ RCMP ਨਾਲ ਫੋਨ ਕਰੇ। ਉਹਨਾਂ ਨੇ ਫੋਨ ਨੰਬਰ ਵੀ ਦਿੱਤੇ ਨੇ। 6045990502 ਤੇ ਕਾਲ ਕੀਤੀ ਜਾ ਸਕਦੀ ਹੈ। ਫੋਨ ਨੰਬਰ ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਹਾਂ, 6045990502 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਕ੍ਰਾਈਮ ਸਟਾਪਰਸ ਨਾਲ 18002228477 ਤੇ ਸੰਪਰਕ ਕੀਤਾ ਜਾ ਸਕਦਾ ਹੈ। 18002228477। ਰੌਜਰਜ਼ ਆਊਟੇਜ ਕੈਨੇਡਾ ਭਰ ਵਿੱਚ ਸ਼ੁੱਕਰਵਾਰ ਨੂੰ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ, ਜਿਸ ਨਾਲ ਸੈਲੂਲਰ ਅਤੇ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਈਆਂ। ਰੌਜਰਜ਼ ਨੇ ਸਵੇਰੇ 9 ਵਜੇ ਤੋਂ ਠੀਕ ਪਹਿਲਾਂ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ, ਅਸੀਂ ਜਾਣਦੇ ਹਾਂ ਕਿ ਸਾਡੇ ਗਾਹਕਾਂ ਲਈ ਜੁੜੇ ਰਹਿਣਾ ਕਿੰਨਾ ਮਹੱਤਵਪੂਰਨ ਹੈ। ਅਸੀਂ ਵਰਤਮਾਨ ਵਿੱਚ ਸਾਡੇ ਨੈਟਵਰਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਹਾਂ ਅਤੇ ਸਾਡੀਆਂ ਟੀਮਾਂ ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਪੂਰੀ ਤਰ੍ਹਾਂ ਨਾਲ ਰੁੱਝ ਗਈਆਂ। ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਕਿਉਂਕਿ ਸਾਡੇ ਕੋਲ ਸਾਂਝੀ ਕਰਨ ਲਈ ਹੋਰ ਜਾਣਕਾਰੀ ਹੈ। ਟੈਕਸਾਵੀ ਨੇ ਸਵੇਰੇ 8:25 ਤੇ ਨੋਟ ਕੀਤਾ ਕਿ ਆਊਟੇਜ ਸਾਰੇ ਇੰਟਰਨੈਟ ਅਤੇ ਵਾਇਰਲੈਸ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਵਰਤਮਾਨ ਵਿੱਚ ETA ਨਹੀਂ ਸੀ। ਸੇਵਾਵਾਂ ਦੇ ਪ੍ਰਭਾਵਿਤ ਹੋਣ ਕਾਰਨ ਕੰਪਨੀ ਦੇ ਲੱਖਾਂ ਉਪਭੋਗਤਾ ਪਰੇਸ਼ਾਨ ਨੇ। ਉਪਭੋਗਤਾ ਦੇਸ਼ ਭਰ ਦੇ ਖੇਤਰਾਂ ਤੋਂ ਇੰਟਰਨੈਟ ਦੀ ਵਰਤੋਂ ਕਰਨ, ਫੋਨ ਕਾਲ ਕਰਨ ਅਤੇ ਕੇਬਲ ਟੈਲੀਵਿਜ਼ਨ ਦੀ ਵਰਤੋਂ ਨਾ ਕਰ ਪਾਉਣ ਦੀ ਲਗਾਤਾਰ ਸ਼ਿਕਾਇਤ ਕਰ ਰਹੇ ਨੇ। ਹਾਲਾਂਕਿ ਆਊਟੇਜ ਇੰਨਾ ਵੱਡਾ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਕਾਰਨ ਕੰਪਨੀ ਦਾ ਕਸਟਮਰ ਕੇਅਰ ਸਿਸਟਮ ਹੀ ਠੱਪ ਪੈ ਗਿਆ। ਜ਼ਿਆਦਾਤਰ ਆਊਟੇਜ ਦੀਆਂ ਸ਼ਿਕਾਇਤਾਂ ਦੱਖਣੀ ontario ਵਿੱਚ ਦਰਜ ਕੀਤੀਆਂ ਗਈਆਂ। ਟੋਰਾਂਟੋ ਅਤੇ ਪੀਲ ਪੁਲਿਸ ਦੋਵਾਂ ਨੇ ਸ਼ੁੱਕਰਵਾਰ ਸਵੇਰੇ ਆਊਟੇਜ ਤੇ ਬਿਆਨ ਦਿੱਤਾ, ਜਿਸ ਵਿੱਚ ਕਿਹਾ ਗਿਆ ਕਿ ਇਸ ਆਊਟੇਜ ਨੇ 911 ਤੇ ਕਾਲ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ, ਜਿਸ ਦੇ ਨਤੀਜੇ ਵਜੋਂ ਡੈਬਿਟ ਜਾਂ ਕ੍ਰੈਡਿਟ ਤੋਂ ਖਰੀਦਦਾਰੀ ਨਹੀਂ ਹੋ ਪਾ ਰਹੀ। ਤੁਹਾਨੂੰ ਦੱਸ ਦਈਏ ਕਿ ਅਪ੍ਰੈਲ 2021 ਚ ਵੀ ਰੌਜਰਜ਼ ਕਮਿਊਨੀਕੇਸ਼ਨ ਦੇ ਉਪਭੋਗਤਾਵਾਂ ਨੂੰ ਇਸ ਤੇ ਇੱਕ ਵਿਸ਼ਵ ਵਿਆਪੀ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਕਈ ਲੋਕ ਕਾਲ ਕਰਨ, ਟੈਕਸਟ ਸੰਦੇਸ਼ ਭੇਜਣ ਜਾਂ ਆਪਣੇ ਇੰਟਰਨੈਟ ਬ੍ਰਾਊਜ਼ਰ ਤੱਕ ਪਹੁੰਚਣ ਵਿੱਚ ਅਸਮਰਥ ਰਹੇ ਸਨ। ਉਸ ਸਮੇਂ ਕੰਪਨੀ ਨੇ ਇਸ ਆਊਟੇਜ ਨੂੰ ਇੱਕ ਸੌਫਟਵੇਅਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਇਆ ਸੀ। ਭਾਰਤੀ ਮੂਲ ਦੀ 29 ਸਾਲਾ ਇੱਕ ਮਹਿਲਾ ਨੂੰ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਡਰਾਈਵਿੰਗ ਟੈਸਟ ਨਾਲ ਜੁੜੀ ਧੋਖਾਧੜੀ ਦੇ ਦੋਸ਼ ਵਿੱਚ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਹਿਲਾ ਨੇ ਇੱਕ ਜਾਂਚ ਲਈ 150 ਉਮੀਦਵਾਰਾਂ ਦੀ ਥਾਂ ਖੁਦ ਨੂੰ ਪੇਸ਼ ਕੀਤਾ। ਸਵਾਨਾਸੀ ਕ੍ਰਾਊਨ ਅਦਾਲਤ ਵਿੱਚ ਉਸ ਨੂੰ ਵੀਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਜ਼ਾ ਸੁਣਾਈ ਗਈ। ਦੋਸ਼ੀ ਇੰਦਰਜੀਤ ਕੌਰ ਨੇ ਸਾਲ 2018 ਅਤੇ 2020 ਦਰਮਿਆਨ ਉਮੀਦਵਾਰਾਂ ਵੱਲੋਂ ਲਗਭਗ 150 ਲਿਖਤੀ ਅਤੇ ਪ੍ਰਯੋਗਿਕ ਜਾਂਚ ਵਿੱਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਉਸਨੇ ਸਵਾਨਸੀ, ਕਾਮਥਨ, ਵਰਿੰਗਮ ਅਤੇ ਲੰਡਨ ਨੇੜੇ ਸਮੇਤ ਪੂਰੇ ਇੰਗਲੈਂਡ ਅਤੇ ਵੇਲਜ਼ ਵਿੱਚ ਇਹ ਅਪਰਾਧ ਕੀਤੇ। ਸਾਊਥ ਵੇਲਜ਼ ਪੁਲਿਸ ਦੇ ਡਿਟੈਕਟਿਵ ਚੀਫ ਇੰਸਪੈਕਟਰ ਸਟੀਵਨ ਮੈਲੋਨੀ ਨੇ ਕਿਹਾ ਕਿ ਕੌਰ ਨੇ ਜੋ ਅਪਰਾਧ ਕੀਤੇ ਨੇ ਉਹ ਡਰਾਈਵਿੰਗ ਟੈਸਟ ਪ੍ਰਕਿਰਿਆ ਵਿੱਚ ਵਿਘਨ ਪਾਉਂਦੇ ਨੇ ਤੇ ਖਤਰਨਾਕ ਮੋਟਰ ਚਾਲਕਾਂ ਨੂੰ ਜਾਇਜ਼ ਲਾਇਸੈਂਸ ਦੇਣ ਦੀ ਆਗਿਆ ਦੇ ਕੇ ਨਿਰਦੋਸ਼ ਰਾਹਗੀਰਾਂ ਨੂੰ ਜ਼ੋਖਮ ਚ ਪਾਉਂਦੇ ਨੇ। ਦੱਸਿਆ ਜਾਂਦਾ ਹੈ ਕਿ ਕੌਰ ਨੇ ਹਰੇਕ ਉਸ ਉਮੀਦਵਾਰ ਤੋਂ ਲਗਭਗ 800 ਪਾਉਂਡ ਲਏ ਸਨ, ਜਿਨ੍ਹਾਂ ਦੇ ਬਦਲੇ ਉਹ ਜਾਂਚ ਵਿੱਚ ਸ਼ਾਮਲ ਹੋਏ ਸਨ। ਮਾਮਲੇ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਕੌਰ ਉਹਨਾਂ ਬਿਨੇਕਾਰਾਂ ਵੱਲੋਂ ਜਾਂਚ ਵਿੱਚ ਸ਼ਾਮਲ ਹੁੰਦੀ ਸੀ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੁਸ਼ਕਿਲ ਸੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਸਤੀਫਾ ਦੇਣ ਤੋਂ ਬਾਅਦ ਅਗਲੇ ਨੇਤਾ ਦੀ ਚੋਣ ਤੱਕ ਆਪਣੇ ਅਹੁਦੇ ਤੇ ਬਣੇ ਰਹਿਣਗੇ। ਕੰਜ਼ਰਵੇਟਿਵ ਪਾਰਟੀ ਦੀ ਸਾਲਾਨਾ
ਕਨਵੈਨਸ਼ਨ ਅਕਤੂਬਰ 'ਚ ਹੋ ਰਹੀ ਹੈ। ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਨੇਤਾ ਅਕਤੂਬਰ ਤੱਕ ਚੁਣਿਆ ਜਾਏਗਾ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਆਪਣਾ ਨੇਤਾ ਅਗਲੇ ਕੁਝ ਹਫ਼ਤਿਆਂ ਤੱਕ ਜਲਦੀ ਹੀ ਐਲਾਨ ਕਰ ਦਿੱਤਾ ਜਾਏਗਾ, ਪਰ ਇਸ ਲਈ ਇੱਕ ਪ੍ਰਕਿਰਿਆ ਚੱਲੇਗੀ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੈਰੀ ਸਾਈਮਨ ਦੇ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਸ ਸਮੇਂ ਜ਼ਿਆਦਾ ਮਹਿਮਾਨ ਵਿਆਹ ਵਿੱਚ ਸਮਾਗਮ 'ਚ ਸ਼ਾਮਲ ਨਹੀਂ ਹੋ ਸਕੇ ਸੀ। ਹੁਣ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ 30 ਜੁਲਾਈ ਨੂੰ ਇੱਕ ਸਮਾਗਮ ਕਰਵਾਇਆ ਜਾ ਰਿਹਾ, ਜਿਸ ਵਿੱਚ ਸ਼ਾਮਲ ਹੋਣ ਲਈ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋਸਤਾਂ ਮਿੱਤਰਾਂ ਨੂੰ ਵੀ ਸੱਦਾ ਭੇਜਿਆ ਗਿਆ। ਬੋਰਿਸ ਦੇ ਵਿਆਹ ਸਮਾਗਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵਿਵਾਦ ਉੱਠਣੇ ਸ਼ੁਰੂ ਹੋ ਗਏ ਨੇ। ਕਿਸਾਨ ਅੰਦੋਲਨ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ 100 ਰੁਪਏ ਵਾਲੇ ਬੋਲੇ ਗਏ ਸ਼ਬਦ ਕੰਗਨਾ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈ ਰਹੇ ਲੱਗਦੇ, ਪਰ ਹੁਣ ਇਸ ਖਿਲਾਫ ਅਦਾਕਾਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਰਵਾਜ਼ੇ ਖੜਕਾਏ ਨੇ। ਦਰਅਸਲ ਕੰਗਨਾ ਨੂੰ ਬਠਿੰਡਾ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਸਮਨ ਜਾਰੀ ਕੀਤੇ ਸੀ, ਜਿਸ ਵਿੱਚ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਇਸ ਮਾਮਲੇ ਵਿੱਚ ਰਾਹਤ ਲੈਣ ਲਈ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਏਗੀ। ਦੱਸ ਦਈਏ ਕਿ ਕੰਗਨਾ ਨੇ ਟਵੀਟ ਕਰਕੇ ਕਿਹਾ ਸੀ ਕਿ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਇੱਕ ਔਰਤ ਸੀ, ਜਿਸ ਨੇ ਧਰਨੇ ਵਿੱਚ ਸ਼ਾਮਲ ਹੋਣ ਲਈ 100 ਰੁਪਏ ਲਏ ਸਨ, ਜਿਸ ਦੇ ਖਿਲਾਫ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਅਤੇ ਅਦਾਲਤ ਵੱਲੋਂ ਇੱਕ ਵਾਰ ਫਿਰ ਅਦਾਕਾਰਾਂ ਨੂੰ ਪੇਸ਼ ਹੋਣ ਲਈ ਸਮਨ ਜਾਰੀ ਕੀਤੇ ਗਏ ਨੇ। ਮਹਿੰਦਰ ਕੌਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਕੰਗਨਾ ਦੇ ਟਵੀਟ ਕਾਰਨ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਆਂਢ ਗੁਆਂਢ, ਪਿੰਡ ਵਾਸੀਆਂ ਤੇ ਆਮ ਲੋਕਾਂ ਵਿੱਚ ਉਹਨਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ। ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਦੇ ਵਕੀਲ ਦਾ ਕਹਿਣਾ ਹੈ ਕਿ 4 ਜਨਵਰੀ 2021 ਨੂੰ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਕਰੀਬ 13 ਮਹੀਨੇ ਚੱਲੀ। ਹੁਣ ਅਦਾਲਤ ਨੇ ਕੰਗਨਾ ਨੂੰ ਸਮਨ ਜਾਰੀ ਕੀਤੇ ਨੇ, ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਇੱਕ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਲਿਕਸ ਬਾਨੋ ਸਮਝ ਲਿਆ, ਜੋ ਸ਼ਹੀਨ ਬਾਗ ਵਿੱਚ CAA ਵਿਰੋਧ ਪ੍ਰਦਰਸ਼ਨ ਦਾ ਚਿਹਰਾ ਰਹੀ ਸੀ। ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਵੱਲੋਂ ਉਸ ਦੀ ਤੁਲਨਾ ਕਿਸੇ ਹੋਰ ਔਰਤ ਨਾਲ ਕੀਤੇ ਜਾਣ ਕਾਰਨ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ G20 ਦੇਸ਼ਾਂ ਦੇ ਸਮੂਹ ਨੂੰ ਇਸ ਸਾਲ ਭੋਜਨ ਸੰਕਟ ਵਾਲੀ ਸਥਿਤੀ ਸਾਹਮਣੇ ਆਉਣ ਸੰਬੰਧੀ ਚੇਤਾਵਨੀ ਦਿੱਤੀ ਹੈ। ਗੁਤਾਰੇਸ ਨੇ G20 ਵਿਦੇਸ਼ੀ ਮੰਤਰੀਆਂ ਦੀ ਮੀਟਿੰਗ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਸ ਸਾਲ ਕਈ ਵਾਰ ਵਿਸ਼ਵ ਵਿਆਪੀ ਭੋਜਨ ਸੰਕਟ ਦੇ ਜ਼ੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲਾ ਸਾਲ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਗੁਤਾਰੇਸ ਨੇ ਕਿਹਾ ਕਿ ਯੂਕਰੇਨ ਸੰਘਰਸ਼ ਨੇ ਦੁਨੀਆ ਨੂੰ ਦਰਪੇਸ਼ ਹੋਰ ਬਹੁਤ ਸਾਰੀਆਂ ਮੁਸੀਬਤਾਂ ਵਿੱਚ ਯੋਗਦਾਨ ਪਾਇਆ, ਜਿਸ ਨਾਲ ਸਮਾਜਿਕ ਅਤੇ ਆਰਥਿਕ ਤਬਾਹੀ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਮੁਖੀ ਦਾ ਮੰਨਣਾ ਹੈ ਕਿ ਯੂਕਰੇਨ ਸੰਕਟ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਅਤੇ ਕੁਪੋਸ਼ਿਤ ਲੋਕਾਂ ਦੀ ਗਿਣਤੀ ਵਿੱਚ ਵਾਧੇ ਲਈ ਜ਼ਿੰਮੇਵਾਰ ਹੈ। ਗੁਤਾਰੇਸ ਨੇ ਮੰਤਰੀਆਂ ਨੂੰ ਦੱਸਿਆ ਕਿ ਖਾਦਾਂ ਤੋਂ ਬਿਨਾਂ ਮੱਕੀ ਅਤੇ ਕਣਕ, ਚੌਲਾਂ ਸਮੇਤ ਸਾਰੀਆਂ ਵੱਡੀਆਂ ਫਸਲਾਂ ਵਿੱਚ ਘਾਟ ਪੈਦਾ ਕਰ ਸਕਦੀ ਹੈ, ਜਿਸ ਨਾਲ ਅਰਬਾਂ ਲੋਕ ਪ੍ਰਭਾਵਿਤ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਇਸ ਸੰਕਟ ਨੂੰ ਘੱਟ ਕਰਨ ਲਈ ਸੰਯੁਕਤ ਰਾਸ਼ਟਰ ਯੂਕਰੇਨ ਤੋਂ ਅਨਾਜ ਦੀ ਬਰਾਮਦ ਅਤੇ ਰੂਸ ਤੋਂ ਅਨਾਜ ਅਤੇ ਖਾਦਾਂ ਦੀ ਬਰਾਮਦ ਨੂੰ ਸਮਰੱਥ ਬਣਾਉਣ ਲਈ ਇੱਕ ਯੋਜਨਾ ਦੀ ਖੋਜ ਕਰ ਰਿਹਾ। ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਅਤੇ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਨਸਨ ਦੀ ਥਾਂ ਲੈਣ ਲਈ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਦਾਅਵੇਦਾਰੀ ਪੇਸ਼ ਕੀਤੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜੌਨਸਨ ਦੀ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਬ੍ਰਿਟਿਸ਼ ਭਾਰਤੀ ਮੰਤਰੀ ਸਰਵਉੱਚ ਅਹੁਦੇ ਵਾਲੀ ਅਜਿਹੇ ਟੌਰੀ ਨੇਤਾ ਸਨ, ਜਿਨ੍ਹਾਂ ਵੱਲੋਂ ਲੀਡਰਸ਼ਿਪ ਦੀ ਦੌੜ ਵਿੱਚ ਦਾਅਵੇਦਾਰੀ ਪੇਸ਼ ਕੀਤੀ ਜਾਣੀ ਬਾਕੀ ਸੀ। ਦੱਸ ਦਈਏ ਕਿ ਬ੍ਰਿਟੇਨ ਦਾ PM ਬਣਨ ਲਈ ਭਾਰਤੀ ਮੂਲ ਦੇ ਜਿਹੜੇ ਨਾਮ ਉੱਭਰ ਕੇ ਸਾਹਮਣੇ ਆਏ ਨੇ, ਉਹਨਾਂ ਵਿੱਚ ਰਿਸ਼ੀ ਸੁਨਕ ਤੋਂ ਇਲਾਵਾ ਬ੍ਰਿਟੇਨ ਦੀ ਗ੍ਰਹਿ ਸਕੱਤਰ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਅਤੇ ਸੋਇਲਾ ਬ੍ਰੈਵਰਮੈਨ ਵੀ ਸ਼ਾਮਲ ਨੇ। ਸੋਇਲਾ ਬ੍ਰੈਵਰਮੈਨ ਇਸ ਵੇਲੇ ਬ੍ਰਿਟਿਸ਼ ਕੈਬਨਿਟ ਵਿੱਚ ਅਟਾਰਨੀ ਜਨਰਲ ਹੈ। ਸਿੰਗਾਪੁਰ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਹੋਏ ਹਾਦਸੇ ਵਿੱਚ ਭਾਰਤੀ ਨਾਗਰਿਕ ਦੀ ਮੌਤ ਹੋ ਗਈ। 35 ਸਾਲਾ ਮ੍ਰਿਤਕ ਭਾਰਤੀ ਨਾਗਰਿਕ ਬੀਮ ਅਤੇ ਫੋਰਕਲਿਫਟ ਦੇ ਵਿੱਚ ਫਸ ਗਿਆ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ ਸਵੇਰੇ ਕਰੀਬ 10 ਵਜੇ ਜਦ ਭਾਰਤੀ ਨਾਗਰਿਕ ਨਿਰਮਾਣ ਅਧੀਨ ਇਮਾਰਤ ਵਿੱਚ ਲੱਗੀ ਫੋਰਕਲਿਫਟ ਦੇ ਪਿੱਛੇ ਖੜਾ ਸੀ ਤਾਂ ਉਸੇ ਸਮੇਂ ਓਵਰਹੈਡ ਬੀਮ ਦੇ ਕਿਨਾਰੇ ਇੱਕ ਮਜ਼ਦੂਰ ਬਿਜਲੀ ਕੇਬਲ ਬੰਨ ਰਿਹਾ ਸੀ, ਲੇਕਿਨ ਫੋਰਕਲਿਫਟ ਅਚਾਨਕ ਪਿੱਛੇ ਵੱਲ ਚੱਲ ਪਿਆ ਤੇ ਪਿੱਛੇ ਖੜਾ ਸ਼ਖਸ ਉਸ ਦੀ ਲਪੇਟ ਵਿੱਚ ਆ ਗਿਆ। ਇਸ ਘਟਨਾ ਨੂੰ ਲੈ ਕੇ ਜਨ ਸ਼ਕਤੀ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ ਦੇ ਇੱਕ ਆਵਾਸ ਯੋਜਨਾ ਤਹਿਤ ਨਿਰਮਾਣ ਕਾਰਜ ਚੱਲ ਰਿਹਾ ਸੀ। ਮ੍ਰਿਤਕ ਫੋਰਕਲਿਫਟ ਦੀ ਛਤਰੀ ਅਤੇ ਬੀਮ ਦੇ ਵਿੱਚ ਫਸ ਗਿਆ। ਬਿਆਨ ਵਿੱਚ ਕਿਹਾ ਗਿਆ ਕਿ ਮ੍ਰਿਤਕ ਇੱਕ ਉਪ ਠੇਕੇਦਾਰ ਦੇ ਰੂਪ ਵਿੱਚ ਉੱਥੇ ਕੰਮ ਕਰ ਰਿਹਾ ਸੀ, ਜਿਸ ਨੂੰ ਮੁੱਖ ਠੇਕੇਦਾਰ ਟੀਮ ਬਿਲਡ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਨੇ ਨਿਯੁਕਤ ਕੀਤੀ ਸੀ। ਘਟਨਾ ਦੇ ਤੁਰੰਤ ਬਾਅਦ ਜ਼ਖਮੀ ਨੂੰ ਹਸਪਤਾਲ ਲੈ ਜਾਇਆ ਗਿਆ, ਲੇਕਿਨ ਉੱਥੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਪੰਜਾਬ ਦੇ ਪਿੰਡ ਵਡਾਲਾ ਭਿੱਟੇਵੱਡ ਦੇ ਮੌਜੂਦਾ ਸਰਪੰਚ ਮਦਨ ਸਿੰਘ ਨੇ ਆਪਣੇ ਸਭ ਤੋਂ ਛੋਟੇ ਬੇਟੇ ਅਨਮੋਲ ਸਿੰਘ ਨਾਲ
ਢਾਬ ਖਟੀਕਾ ਨੇੜੇ ਲੋਹਗੜ੍ਹ ਦੇ ਸਕੂਲ ਵਿੱਚ 10ਵੀਂ ਦੀ ਪੜ੍ਹਾਈ ਪਾਸ ਕੀਤੀ ਹੈ। ਦੱਸ ਦਈਏ ਕਿ ਸਰਪੰਚ ਮਦਨ ਸਿੰਘ ਦਾ ਜਨਮ 1975 ਦਾ ਹੈ। ਉਹ ਘਰੇਲੂ ਤੰਗੀ ਹੋਣ ਕਾਰਨ ਪੜ੍ਹਾਈ ਨਹੀਂ ਕਰ ਸਕੇ। ਸਰਪੰਚ ਮਦਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਬਹੁਤ ਜ਼ਿਆਦਾ ਸ਼ੌਕ ਸੀ, ਜੋ ਕਿ ਉਸ ਵਕਤ ਪੂਰਾ ਨਹੀਂ ਹੋ ਸਕਿਆ, ਪਰ ਹੁਣ ਮੈਂ ਪਹਿਲਾਂ 4 ਬੱਚੇ ਪੜ੍ਹਾਏ ਅਤੇ ਫਿਰ ਆਪ 10ਵੀਂ ਕੀਤੀ। ਮੈਨੂੰ ਅੱਗੇ ਹੋਰ ਪੜ੍ਹਨ ਦਾ ਸ਼ੌਕ ਹੈ। ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਹੁਣਾ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਸੰਤ ਸੀਚੇਵਾਲ ਹੁਣਾ ਨੂੰ ਵਧਾਈ ਵੀ ਦਿੱਤੀ। ਸੀਐਮ ਮਾਨ ਨੇ ਕਿਹਾ ਕਿ ਯਕੀਨਨ ਮੈਂ ਇਹ ਕਹਿ ਸਕਦਾ ਹਾਂ ਕਿ ਸੰਤ ਜੀ ਵਾਤਾਵਰਣ ਸਮੇਤ ਪੰਜਾਬ ਦੇ ਅਹਿਮ ਮੁੱਦਿਆਂ ਤੇ ਪੰਜਾਬੀਆਂ ਦੀ ਆਵਾਜ਼ ਬਣਨਗੇ। ਦੱਸਣਯੋਗ ਹੈ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਸਮਾਜ ਸੇਵੀ ਵਿਕਰਮਜੀਤ ਸਿੰਘ ਸਾਹਨੀ ਨੂੰ ਬਿਨਾਂ ਮੁਕਾਬਲੇ ਰਾਜ ਸਭਾ ਦਾ ਮੈਂਬਰ ਐਲਾਨਿਆ ਗਿਆ ਸੀ। ਉਹਨਾਂ ਦੇ ਮੁਕਾਬਲੇ ਵਿੱਚ ਕਿਸੇ ਵੀ ਵਿਰੋਧੀ ਧਿਰ ਵੱਲੋਂ ਕੋਈ ਨਾਮਜ਼ਦਗੀ ਨਹੀਂ ਭਰੀ ਗਈ। ਸੰਤ ਬਲਵੀਰ ਸਿੰਘ ਸੀਚੇਵਾਲ ਨਦੀਆਂ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਾਣੇ ਜਾਂਦੇ ਨੇ। ਉਹ ਬਾਬਾ ਸੀਚੇਵਾਲ ਤੇ ਈਸੀਓ ਦੇ ਨਾਮ ਨਾਲ ਮਸ਼ਹੂਰ ਨੇ। ਹੁਣ ਭਾਰਤ ਵਿੱਚ ਯੋਗ ਖਿਡਾਰੀਆਂ ਤੇ ਸਾਬਕਾ ਖਿਡਾਰੀਆਂ ਨੂੰ ਆਪਣੇ ਪੁਰਸਕਾਰ ਤੇ ਬਕਾਇਆ ਰਕਮ ਹਾਸਲ ਕਰਨ ਲਈ ਰਾਸ਼ਟਰੀ ਮਹਾਸੰਘ ਤੇ ਸਰਕਾਰੀ ਦਫ਼ਤਰਾਂ ਵਿੱਚ ਨੱਠ ਭੱਜ ਕਰਨ ਦੀ ਲੋੜ ਨਹੀਂ ਪਏਗੀ, ਕਿਉਂਕਿ ਭਾਰਤ ਦੇ ਖੇਡ ਮੰਤਰਾਲਾ ਨੇ ਹੁਣ ਇਹਨਾਂ ਪ੍ਰਕਿਰਿਆਵਾਂ ਨੂੰ ਆਨਲਾਈਨ ਕਰ ਦਿੱਤਾ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਆਪਣੇ ਵਿਭਾਗ ਲਈ 3 ਵੱਡੀਆਂ ਚੀਜ਼ਾਂ ਲਾਂਚ ਕੀਤੀਆਂ ਨੇ, ਜਿਸ ਵਿੱਚ ਖੇਡ ਵਿਭਾਗ ਦੀਆਂ ਯੋਜਨਾਵਾਂ ਲਈ ਆਨਲਾਈਨ ਪੋਰਟਲ, ਰਾਸ਼ਟਰੀ ਖੇਡ ਵਿਕਾਸ ਫੰਡ ਦੀ ਵੈਬਸਾਈਟ ਤੇ ਖਿਡਾਰੀਆਂ ਲਈ ਨਕਦ ਪੁਰਸਕਾਰ, ਰਾਸ਼ਟਰੀ ਕਲਿਆਣ ਤੇ ਪੈਨਸ਼ਨ ਦੀ ਸੋਧੀ ਯੋਜਨਾ ਸ਼ਾਮਲ ਹੈ। ਸਰਗਰਮ ਖਿਡਾਰੀ ਹੁਣ ਖੇਡ ਵਿਭਾਗ ਦੇ ਪੋਰਟਲ ਤੇ ਆਨਲਾਈਨ ਬਿਨੇ ਕਰ ਸਕਦੇ ਨੇ, ਜਦਕਿ ਕਾਰਪੋਰੇਟ PSU ਤੇ ਵਿਅਕਤੀ ਇਸ ਦੀ ਨਵੀਂ ਵੈਬਸਾਈਟ ਤੇ NSTF ਫੰਡ ਵਿੱਚ ਯੋਗਦਾਨ ਦੇ ਸਕਦੇ ਨੇ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਪਹਿਲ ਨੂੰ ਕ੍ਰਾਂਤੀਕਾਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਪਾਰਦਰਸ਼ਤਾ ਲਿਆਉਣ ਤੇ ਜਵਾਬਦੇਹੀ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਸਰਕਾਰ ਦੇ ਡਿਜੀਟਲ ਇੰਡੀਆ ਮਿਸ਼ਨ ਨੂੰ ਉਤਸ਼ਾਹ ਮਿਲੇਗਾ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲੀ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।